ਚੇਤ ਮਹੀਨੇ ਨੂੰ ਆਧਾਰ ਬਣਾ ਕਰਕੇ ਗੁਰੂ ਸਾਹਿਬ ਸਾਨੂੰ ਸੰਦੇਸ਼ ਦੇ ਰਹੇ ਹਨ ਕਿ ਹੇ ਪ੍ਰਾਣੀਓ, ਗੁਰੂ ਪਿਆਰਿਆਂ ਦੀ ਸੰਗਤ ਕਰੋ। ਸੰਗਤ ਵਿੱਚ ਉਸ ਅਕਾਲ ਪੁਰਖ ਦੀ ਉਸਤਤ ਕਰੋ, ਉਹਦੀ ਸਿੱਖਿਆ ਨੂੰ ਗ੍ਰਹਿਣ ਕਰੋ। ਜੋ ਇਸ ਢੰਗ ਨਾਲ ਉਹਦੀ ਸਿੱਖਿਆ ਨੂੰ ਧਾਰਨ ਕਰਦਾ ਹੈ, ਜੀਵਨ ਵਿੱਚ ਲੈ ਕਰਕੇ ਆਉਂਦਾ ਹੈ, ਉਹਦਾ ਆਇਆ ਹੀ ਇੱਥੇ ਪ੍ਰਵਾਨ ਹੈ ਔਰ ਉਹਦਾ ਜੀਵਨ ਹੀ ਸੁਖਮਈ ਜੀਵਨ ਹੋ ਸਕਦਾ ਹੈ। ਚੇਤ ਗੋਬਿੰਦ ਆਰਾਧੀਐ, ਹੋਵੇ ਆਨੰਦ ਘਣਾ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਪਣਾ। ਪਣਾ ਉਚਾਰਨ ਚੇਤ ਦੇ ਮਹੀਨੇ ਨੂੰ ਆਧਾਰ ਬਣਾ ਕਰਕੇ ਜਾਂ ਚੇਤ ਦੀ ਸਟੇਜ ਤੋਂ ਗੁਰੂ ਸਾਹਿਬ ਸਾਨੂੰ ਸੰਦੇਸ਼ ਦੇ ਰਹੇ ਹਨ। ਗੁਰੂ ਸਾਹਿਬ ਭਾਵਨਾਤਮਕ ਰੂਪ ਵਿੱਚ ਚੇਤ ਦੇ ਘਰ ਦੇ ਵਿੱਚ ਵਿਚਰਦੇ ਹੋਏ, ਜੋ ਬਸੰਤ ਰਿਤੂ ਹੈ ਇਸ ਮਹੀਨੇ ਦੀ, ਉਹਦਾ ਪ੍ਰਗਟਾਵਾ ਕਰਦੇ ਹੋਏ, ਸਾਨੂੰ ਉਹਦਾ ਖੇੜਾ ਦਿਖਾਉਂਦੇ ਹੋਏ ਪ੍ਰਾਣੀ ਦੇ ਅੰਦਰ ਆਨੰਦਮਈ ਜੀਵਨ ਦੀ ਜਾਚ ਬਖਸ਼ ਰਹੇ ਹਨ ਕਿ ਚੇਤ ਗੋਬਿੰਦ ਆਰਾਧੀ ਹੈ, ਕਿ ਉਸ ਅਕਾਲ ਪੁਰਖ ਨੂੰ ਆਰਾਧਨਾ ਕਰ, ਉਹਦਾ ਧਿਆਨ ਧਰਨਾ ਕਰ। ਇਹਦੇ ਨਾਲ ਤੇਰਾ ਅੰਦਰਲਾ ਹਿਰਦਾ ਘਰ ਹੈ ਉਹ ਖੇੜੇ ਵਿੱਚ ਆ ਜਾਏਗਾ। ਸੰਤ ਜਨਾ ਮਿਲ ਪਾਈ ਹੈ, ਰਸਨਾ ਨਾਮ ਪਣਾ। ਉਸ ਅਕਾਲ ਪੁਰਖ ਨੂੰ ਆਰਾਧਨਾ ਕਿਵੇਂ ਹੈ? ਸੰਤ ਜਨਾ ਮਿਲ ਭਾਵ ਗੁਰੂ ਪਿਆਰਿਆਂ ਦੀ ਸੰਗਤ ਦੇ ਵਿੱਚ ਵਿਚਰਦੇ ਹੋਏ। ਰਸਨਾ ਨਾਮ ਪਣਾ ਉਸ ਅਕਾਲ ਪੁਰਖ ਦੀ ਯਾਦ ਨੂੰ ਆਪਣੇ ਹਿਰਦੇ ਘਰ ਵਿੱਚ ਬਣਾ। ਉਹਦੇ ਗੁਣਾਂ ਦਾ ਉਚਾਰਨ ਕਰ। ਗੁਣ ਕਹਿ ਗੁਣੀ ਸਮਾਉਣਿਆ। ਇਸ ਤਰ੍ਹਾਂ ਗੁਣ ਕਹਿ ਕੇ ਉਸ ਗੁਣੀ ਦੇ ਵਿੱਚ ਸਮਾਇਆ ਜਾ ਸਕਦਾ ਹੈ। ਉਹਦੇ ਗੁਣ ਧਾਰਨ ਕਰਕੇ ਉਹਦੇ ਵਰਗਾ ਹੋਇਆ ਜਾ ਸਕਦਾ ਹੈ। ਸੋ ਗੁਰੂ ਸਾਹਿਬ ਪਹਿਲੀ ਪੰਕਤੀ ਵਿੱਚ ਹੀ ਸਾਨੂੰ ਉਸ ਅਕਾਲ ਪੁਰਖ ਦੀ ਆਰਾਧਨਾ ਸੰਗਤ ਵਿੱਚ ਬੈਠ ਕਰਕੇ ਕਰਨ ਦੀ ਪ੍ਰੇਰਨਾ ਦੇ ਰਹੇ ਹਨ। ਜਿਨੀ ਪਾਇਆ ਪ੍ਰਭ ਆਪਣਾ, ਆਏ ਤਿਸੈ ਗਣਾ। ਇੱਕ ਖਿਨ ਤਿਸ ਬਿਨ ਜੀਵਨਾ, ਬਿਰਥਾ ਜਨਮ ਜਣਾ। ਜਿਸ ਨੇ ਇਸ ਢੰਗ ਨਾਲ ਉਸ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਿਆ, ਉਸੇ ਦਾ ਹੀ ਆਇਆ ਹੋਇਆ ਇੱਥੇ ਸਫਲ ਮੰਨੋ। ਨਹੀਂ ਤਾਂ ਬਹੁਤੇ ਲੋਕ ਆ ਕਰਕੇ ਸਾਰੀ ਉਮਰ ਭਟਕਦੇ ਹੋਏ ਹੀ ਚਲੇ ਜਾਂਦੇ ਹਨ। ਭਟਕਣਾ ਤੋਂ ਇਲਾਵਾ ਸੜਦੇ ਕੁੜਦੇ ਜੀਵਨ ਬਤੀਤ ਕਰਦੇ ਹਨ। ਉਹਨਾਂ ਦੇ ਚਿਹਰਿਆਂ 'ਤੇ ਕਦੀ ਖੇੜੇ ਨਹੀਂ ਵੇਖੇ ਗਏ। ਪਰ ਜਿਨ੍ਹਾਂ ਨੇ ਸੰਤ ਜਨਾਂ ਮਿਲ ਪਾਇਆ, ਉਹ ਹਮੇਸ਼ਾ ਖੇੜੇ ਵਿੱਚ ਰਹਿੰਦੇ ਹਨ। ਸੋ ਗੁਰੂ ਸਾਹਿਬ ਦ੍ਰਿੜ ਕਰਾ ਰਹੇ ਹਨ, ਸੰਤ ਜਨਾਂ ਮਿਲ ਪਾਈ ਹੈ, ਰਸਨਾ ਨਾਮ ਪੜਾ। ਅਕਾਲ ਪੁਰਖ ਦੇ ਗੁਣ ਸੰਗਤ ਵਿੱਚ ਬੈਠ ਕਰਕੇ ਗਾਇਨ ਕਰੋਗੇ। ਔਰ ਜਿਸ ਨੇ ਇਸ ਢੰਗ ਨਾਲ ਉਸ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਿਆ ਹੈ, ਉਹਦਾ ਹੀ ਆਇਆ ਇੱਥੇ ਪ੍ਰਵਾਨ ਹੈ। ਇੱਕ ਖਿਣ ਤਿਸ ਬਿਨ ਜੀਵਨਾ, ਬਿਰਥਾ ਜਨਮ ਜਣਾ। ਉਹਦੇ ਬਿਨਾਂ, ਅਕਾਲ ਪੁਰਖ ਤੋਂ ਬਿਨਾਂ ਇੱਕ ਮਿੰਟ ਵੀ, ਇੱਕ ਖਿਣ ਵੀ, ਅੱਖ ਝਪਕਣ ਜਿੰਨਾ ਸਮਾਂ ਵੀ ਜੇ ਬੀਤਦਾ ਹੈ, ਉਹ ਸਮਝੋ ਜੀਵਨ ਵਿਅਰਥ ਹੀ ਚਲਾ ਗਿਆ। ਹਰ ਵੇਲੇ ਉਸ ਅਕਾਲ ਪੁਰਖ ਨਾਲ ਇੱਕ ਮਿਕਤਾ ਬਣੀ ਰਹਿਣੀ ਚਾਹੀਦੀ ਹੈ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ। ਸੋ ਪ੍ਰਭ ਚਿਤ ਨ ਆਵਈ, ਕਿਤੜਾ ਦੁੱਖ ਗਣਾ। ਉਹ ਅਕਾਲ ਪੁਰਖ ਜਿਸ ਨੂੰ ਆਰਾਧਨ ਦੀ ਗੁਰੂ ਸਾਹਿਬ ਗੱਲ ਕਰਦੇ ਹਨ, ਕਹਿੰਦੇ ਕਿ ਦੂਰ ਨਹੀਂ ਹੈ। ਜਲ ਪਾਣੀ ਦੇ ਵਿੱਚ, ਥਲ ਧਰਤੀ 'ਤੇ, ਮਹੀਲ ਧਰਤੀ ਤੋਂ ਉੱਤੇ ਭਾਵ ਆਕਾਸ਼ ਦੇ ਵਿੱਚ, ਉਹ ਹਰ ਜਗ੍ਹਾ ਰਵਿਆ ਹੋਇਆ ਹੈ। ਇੱਕ ਰਸ ਉਹ ਵਿਆਪਕ ਹੈ। ਅਤੇ ਫਿਰ ਵੀ ਜੋ ਤੈਨੂੰ ਚਿੱਤ ਨਹੀਂ ਆਇਆ, ਤੈਨੂੰ ਉਸ ਦੀ ਸਮਝ ਨਹੀਂ ਆਈ, ਫਿਰ ਹਿਸਾਬ ਲਾ ਲੈ ਕਿ ਜਿਹੜੀ ਚੀਜ਼ ਬਿਲਕੁਲ ਕੋਲ ਪਈ ਹੋਵੇ ਔਰ ਉਹ ਲਈ ਨਾ ਜਾ ਸਕੇ, ਅਤੇ ਇਸ ਤੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ ਹੈ। ਸੋ ਪ੍ਰਭ ਚਿਤ ਨ ਆਵਈ, ਕਿਤੜਾ ਦੁੱਖ ਗਣਾ। ਹੁਣ ਅੰਦਾਜ਼ਾ ਲਗਾ ਲੈ ਕਿ ਜਿਹੜਾ ਕਣ ਕਣ ਵਿੱਚ ਹਰ ਵੇਲੇ ਤੇਰੇ ਨਾਲ ਹੈ ਔਰ ਉਹ ਤੇਰੀ ਯਾਦ ਵਿੱਚ ਨਹੀਂ ਆਇਆ, ਤੈਨੂੰ ਉਸ ਦੀ ਗੱਲ ਸਮਝ ਨਹੀਂ ਆਈ, ਫਿਰ ਤਾਂ ਵਾਕਈ ਵਿਆਕੁਲ ਹੋਣ ਵਾਲੀ ਗੱਲ ਹੈ। ਔਰ ਐਸੇ ਬੰਦੇ ਦੀ ਹਾਲਾਤ, ਜਿਸ ਦੇ ਹੱਥ ਪੈਰ ਬੰਨ੍ਹ ਕੇ ਅੱਗੇ ਰੱਖਦੀ ਹੈ, ਭੁੱਖ ਲੱਗੀ ਹੋਵੇ, ਖਾ ਲਾ, ਉੱਪਰ ਚੱਕ ਨਹੀਂ ਸਕਦਾ। ਅਸੀਂ ਆਪਣੇ ਹੱਥ ਪੈਰ
ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਬੰਨੇ ਹੋਏ ਹਨ, ਕਿਸੇ ਹੋਰ ਨੇ ਨਹੀਂ ਬੰਨੇ, ਇਹ ਸਾਡੇ ਆਪ ਦੇ ਹੀ ਬੰਨੇ ਹੋਏ ਹਨ। ਇਹ ਖੁੱਲ੍ਹ ਸਕਦੇ ਆ ਕਦੋਂ? ਗੋਬਿੰਦ ਆਰਾਧੀਏ, ਉਸ ਅਕਾਲ ਪੁਰਖ ਦੀ ਆਰਾਧਨਾ ਕਰੀਏ ਸੰਗਤ ਦੇ ਵਿੱਚ ਆ ਕਰਕੇ, ਉਸ ਅਕਾਲ ਪੁਰਖ ਨੂੰ ਯਾਦ ਕਰਨਾ ਕਰੀਏ। ਇਹ ਜੋ ਬੰਧਨ ਹੈ, ਇਹ ਬੰਧਨ ਦੂਰ ਹੋ ਜਾਂਦੇ ਹਨ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਨਾ, ਉਹਨਾਂ ਦੇ ਬੰਧਨ ਖੁੱਲ੍ਹ ਜਾਂਦੇ ਹੈ ਜਿਹਨੇ ਉਸ ਅਕਾਲ ਪੁਰਖ ਦੀ ਆਰਾਧਨਾ ਕੀਤੀ ਹੈ, ਉਸ ਨੂੰ ਪ੍ਰਾਪਤ ਕਰਨ ਦੇ ਯਤਨ ਕੀਤੇ ਹੈ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਹਿਰਦਾ ਕਰ ਮੇਰਾ ਉਸ ਅਕਾਲ ਪੁਰਖ ਨੂੰ ਪ੍ਰਾਪਤ ਕਰਨ ਲਈ, ਉਹਦੇ ਦਰਸ਼ਨ ਕਰਨ ਲਈ ਲੋਚ ਰਿਹਾ। ਮੇਰੇ ਹਿਰਦੇ ਵਿੱਚ ਉਹਨੂੰ ਮਿਲਣ ਦੀ ਤਾਂਘ ਪੈਦਾ ਹੋਈ ਹੈ, ਉਹ ਪਿਆਸ ਲੱਗੀ ਹੋਈ ਹੈ। ਨਾਨਕ ਪਿਆਸ ਮਣਾ, ਮੇਰੇ ਮਨ ਨੂੰ ਪਿਆਸ ਲੱਗੀ ਹੈ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ। ਸੰਗਤ ਦੇ ਵਿੱਚ ਆ ਕਰਕੇ ਉਸ ਅਕਾਲ ਪੁਰਖ ਨੂੰ ਮਿਲਿਆ ਜਾ ਸਕਦਾ ਹੈ। ਸੋ ਗੁਰੂ ਸਾਹਿਬ ਉਹਨਾਂ ਦੀ ਸੰਗਤ ਕਰਨ ਦੀ ਪ੍ਰੇਰਨਾ ਕਰ ਰਹੇ ਹਨ ਕਿ ਜੋ ਉਸ ਅਕਾਲ ਪੁਰਖ ਨੂੰ ਮਿਲਾ ਰਹੇ ਹਨ, ਮੈਂ ਉਹਨਾਂ ਤੋਂ ਬਲਿਹਾਰੇ ਜਾਨਾ, ਉਹਨਾਂ ਤੋਂ ਕੁਰਬਾਨ ਜਾਨਾ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ। ਮੈਂ ਉਹਨਾਂ ਦਾ ਬਾਰ ਬਾਰ ਸ਼ੁਕਰ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਅਕਾਲ ਪੁਰਖ ਦੀ ਸੋਝੀ ਬਖਸ਼ੀ। ਔਰ ਸੋਝੀ ਲੈਣੀ ਕਿੱਥੋਂ ਹੈ? ਉਹ ਗੁਰੂ ਸਾਹਿਬ ਨੇ ਸਾਨੂੰ ਪਹਿਲਾਂ ਦ੍ਰਿੜ ਕਰਾਇਆ, ਸੰਤ ਜਣਾ ਮਿਲ ਪਾਈਐ ਰਸਨਾ ਨਾਮ ਭਣਾ। ਇਹ ਤਰੀਕਾ ਹੈ ਉਸ ਅਕਾਲ ਪੁਰਖ ਨੂੰ ਪ੍ਰਾਪਤ ਕਰਨ ਦਾ, ਸੰਗਤ ਵਿੱਚ ਆ ਕਰਕੇ ਉਸ ਦੇ ਗੁਣਾਂ ਦਾ ਉਚਾਰਨ ਕਰਨਾ ਹੈ। ਉਚਾਰਨ ਕਰਨ ਦਾ ਭਾਵ ਸਮਝਣਾ ਹੈ, ਸਮਝ ਕੇ ਹਿਰਦੇ ਘਰ ਵਿੱਚ ਵਸਾਉਣਾ ਹੈ। ਔਰ ਵਸਾਵਾਂਗੇ ਤਾਂ ਉਹ ਸਾਡੀ ਕਾਰ ਵਿਹਾਰ ਵਿੱਚ ਵੀ ਦਿਖੇਗਾ। ਸੋ ਅੱਜ ਗੁਰੂ ਸਾਹਿਬ ਚੇਤ ਦੇ ਮਹੀਨੇ ਨੂੰ ਆਧਾਰ ਬਣਾ ਕਰਕੇ ਉਸ ਅਕਾਲ ਪੁਰਖ ਨਾਲ ਸੰਗਤ ਰਾਹੀਂ ਜੁੜਨ ਦੀ ਪ੍ਰੇਰਨਾ ਕਰ ਰਹੇ ਹਨ। ਸਾਡਾ ਜੀਵਨ ਜਿਹੜਾ ਹੈ ਉਹ ਆਨੰਦਮਈ ਬਣਾਉਣ ਦੀ ਸਾਨੂੰ ਜਾਚ ਦੱਸ ਰਹੇ ਹਨ। ਕਿਵੇਂ ਦਾ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।